Hello students, welcome to City Shine classes. City Shine classes ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜੀ। ਅੱਜ ਆਪਾਂ ਪੰਜਾਬੀ ਜੋ ਹੈਗੀ ਆ DLED ਫਸਟ ਈਅਰ ਯੂਨਿਟ ਫਸਟ ਆਪਾਂ ਕਰ ਰਹੇ ਸੀ। ਪਿੱਛੇ ਆਪਾਂ 2 ਚੈਪਟਰ ਕਰ ਲਏ ਸੀ ਯੂਨਿਟ ਫਸਟ ਦੇ। ਅੱਜ ਆਪਾਂ ਤੀਸਰਾ ਚੈਪਟਰ ਕਰਾਂਗੇ ਜੋ ਕਿ ਆਪਣੇ ਕੋਲ ਹੈਗਾ ਭਾਸ਼ਾ ਸਿੱਖਿਆ ਦੇ ਸਧਾਰਨ ਸਿਧਾਂਤ ਅਤੇ ਸਿੱਖਿਆ ਸੂਤਰ, ਜੋ ਕਿ ਇਸ ਦੇ ਸਿਧਾਂਤ ਅਤੇ ਸਿੱਖਿਆ ਸੂਤਰ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਆ। DLED ਫਸਟ ਈਅਰ ਦਾ ਯੂਨਿਟ ਫਸਟ ਹੈ, ਚੈਪਟਰ ਆਪਣੇ ਕੋਲ 3rd ਆ। ਸਭ ਤੋਂ ਪਹਿਲਾਂ ਆਪਾਂ ਮਾਤ ਭਾਸ਼ਾ ਸਿੱਖਿਆ ਦੀ ਲੋੜ ਅਤੇ ਮਹੱਤਤਾ, ਜੋ ਆਪਾਂ ਪਿੱਛੇ ਵੀ ਕਰਕੇ ਆਏ ਹਾਂ, ਥੋੜ੍ਹੀ ਜਿਹੀ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਆਪਾਂ ਭਾਸ਼ਾ ਸਿੱਖਿਆ ਦੇ ਸਧਾਰਨ ਸਿਧਾਂਤ ਜਾਣਾਂਗੇ ਕਿਹੜੇ ਨੇ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੋ ਹੈਗਾ ਮਾਤ ਭਾਸ਼ਾ ਸਿੱਖਿਆ ਅਤੇ ਮਹੱਤਤਾ। ਹੁਣ ਮਾਤ ਭਾਸ਼ਾ ਸਿੱਖਣ ਦੀ ਆਪਾਂ ਨੂੰ ਕਿਉਂ ਲੋੜ ਮਹਿਸੂਸ ਹੋਈ? ਜੋ ਇੱਕ ਬੱਚਾ ਹੈ ਉਹ ਘਰ ਵਿੱਚ ਹੀ ਭਾਸ਼ਾ ਸਿੱਖ ਲੈਂਦਾ ਹੈ। ਘਰ ਵਿੱਚ ਜਿਹੜੀ ਭਾਸ਼ਾ ਸਿੱਖਦਾ ਉਹ ਕੀ ਹੁੰਦੀ? ਗੈਰ ਰਸਮੀ। ਜੇ ਸਕੂਲ ਵਿੱਚ ਸਿੱਖਦਾ ਹੈ ਰਸਮੀ। ਜੋ ਘਰ ਵਿੱਚ ਭਾਸ਼ਾ ਸਿੱਖਦਾ ਹੈ ਉਹਦੇ ਵਿੱਚ ਕੁਝ ਤਰੁੱਟੀਆਂ ਹੁੰਦੀਆਂ, ਕੁਝ ਗਲਤੀਆਂ ਹੁੰਦੀਆਂ, ਜਿਨ੍ਹਾਂ ਨੂੰ ਸਕੂਲ ਵਿੱਚ ਜਾ ਕੇ ਸੁਧਾਰਦਾ ਹੈ ਰਸਮੀ ਸਿੱਖਿਆ ਦੇ ਨਾਲ। ਇਸ ਲਈ ਇਹਦੀ ਲੋੜ ਆਪਾਂ ਨੂੰ ਹੋਈ। ਮਾਤ ਭਾਸ਼ਾ ਸਿੱਖਿਆ ਦੀ ਲੋੜ ਅਤੇ ਮਹੱਤਤਾ ਲੋੜ ਮਹਿਸੂਸ ਹੋਈ ਸਿੱਖਣ ਦੇ ਲਈ। ਆਪਣੇ ਕੋਲ ਪਹਿਲਾ ਪੁਆਇੰਟ ਹੈਗਾ ਆ, ਭਾਸ਼ਾ ਦੀ ਗੈਰ ਰਸਮੀ ਸਿੱਖਿਆ ਕਾਫੀ ਨਹੀਂ ਹੈ। ਭਾਸ਼ਾ ਦੀ ਜਿਹੜੀ ਗੈਰ ਰਸਮੀ ਸਿੱਖਿਆ ਜੋ ਬੱਚਾ ਆਪਣੇ ਘਰ ਵਿੱਚੋਂ ਪ੍ਰਾਪਤ ਕਰਦਾ ਹੈ, ਜੋ ਆਪਣੇ ਘਰੋਂ ਪ੍ਰਾਪਤ ਕਰਦਾ ਹੈ, ਆਪਣੇ ਫੈਮਿਲੀ ਤੋਂ ਪ੍ਰਾਪਤ ਕਰਦਾ ਹੈ, ਆਪਣੇ ਆਂਢ ਗੁਆਂਢ ਤੋਂ ਸਿੱਖਦਾ ਹੈ, ਜਿਹੜੀ ਉਹ ਗੈਰ ਰਸਮੀ ਸਿੱਖਿਆ ਹੈ ਉਹ ਕਾਫੀ ਨਹੀਂ ਹੈ। ਭਾਸ਼ਾ ਦੀ ਜਿਹੜੀ ਬੱਚੇ ਨੂੰ ਰਸਮੀ ਸਿੱਖਿਆ ਵੀ ਪ੍ਰਾਪਤ ਕਰਨੀ ਪੈਂਦੀ ਹੈ, ਗ੍ਰਹਿਣ ਕਰਨੀ ਪੈਂਦੀ ਹੈ, ਜੋ ਕਿ ਸਕੂਲ ਵਿੱਚੋਂ ਮਿਲਦੀ ਹੈ। ਘਰੇਲੂ ਵਾਤਾਵਰਨ ਤੋਂ ਸਿੱਖੀ ਭਾਸ਼ਾ ਆਮ ਕਰਕੇ ਅਸ਼ੁੱਧ ਹੁੰਦੀ ਹੈ। ਮਨੁੱਖ ਚਾਹੁੰਦਾ ਹੈ ਕਿ ਉਹ ਜੋ ਕੁਝ ਵੀ ਕਹੇ ਉਹ ਪ੍ਰਭਾਵਸ਼ਾਲੀ ਢੰਗ ਨਾਲ ਕਹੇ, ਭਾਸ਼ਾ ਦੇ ਭਿੰਨ ਪ੍ਰਯੋਗ ਸਿੱਖੇ। ਇਹ ਸਭ ਕੁਝ ਰਸਮੀ ਸਿੱਖਿਆ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਲਈ ਉਹਨੂੰ ਰਸਮੀ ਸਿੱਖਿਆ ਜੋ ਹੈਗੀ ਹੈ ਉਸ ਦੀ ਲੋੜ ਮਹਿਸੂਸ ਹੁੰਦੀ ਹੈ। ਅੱਗੇ ਆਪਣੇ ਕੋਲ ਪੁਆਇੰਟ ਹੈਗਾ ਆ, ਭਾਸ਼ਾ ਦਾ ਲਿਖਤੀ ਰੂਪ ਸਿੱਖਣ ਲਈ ਲੋੜ। ਹੁਣ ਭਾਸ਼ਾ ਦਾ ਉਹਨੇ ਲਿਖਤੀ ਰੂਪ ਸਿੱਖਣਾ ਹੈ, ਉਸ ਦੇ ਲਈ ਵੀ ਉਹਨੂੰ ਸਕੂਲ ਵਿੱਚ ਜਾਣਾ ਪਏਗਾ। ਇਸ ਲਈ ਭਾਸ਼ਾ ਦੇ 2 ਮੁੱਖ ਰੂਪ ਮੰਨੇ ਗਏ ਹਨ, ਮੌਖਿਕ ਅਤੇ ਲਿਖਤੀ ਰੂਪ। ਮੌਖਿਕ ਵੀ ਅਤੇ ਲਿਖਤੀ ਰੂਪ 2 ਰੂਪ ਨੇ ਭਾਸ਼ਾ ਦੇ। ਭਾਸ਼ਾ ਸਿੱਖਿਆ ਇਹਨਾਂ ਦੋਨਾਂ ਵਿੱਚ ਕੁਸ਼ਲਤਾ ਪ੍ਰਦਾਨ ਕਰਦੀ ਹੈ। ਘਰ ਵਿੱਚ ਸਿਰਫ ਗੈਰ ਰਸਮੀ ਸਿੱਖਿਆ ਜੋ ਕਿ ਮੌਲਿਕ ਭਾਸ਼ਾ ਹੀ ਸਿਖਾਈ ਜਾਂਦੀ ਹੈ, ਮਤਲਬ ਮੌਖਿਕ ਭਾਸ਼ਾ ਹੀ ਸਿਖਾਈ ਜਾਂਦੀ ਹੈ। ਜੋ ਮੌਖਿਕ ਭਾਸ਼ਾ ਹੁੰਦੀ ਹੈ, ਮੌਖਿਕ ਰੂਪ ਦੁਆਰਾ ਵਿਅਕਤੀ ਆਪਣੇ ਆਪ ਨੂੰ ਸੰਪੂਰਨ ਰੂਪ ਵਿੱਚ ਜੋ ਪ੍ਰਗਟਾ ਨਹੀਂ ਕਰ ਸਕਦਾ। ਵਿਅਕਤੀ ਨੂੰ ਆਪਣੇ ਦੈਨਿਕ ਕਾਰ ਵਿਹਾਰ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਲਿਖਤੀ ਭਾਸ਼ਾ ਦੀ ਵੀ ਲੋੜ ਪੈਂਦੀ ਹੈ। ਲਿਖਤੀ ਭਾਸ਼ਾ ਕਿੱਥੋਂ ਸਿੱਖਦਾ ਹੈ? ਸਕੂਲ ਵਿੱਚ ਜਾ ਕੇ, ਜੋ ਆਪਣੀ ਰਸਮੀ ਸਿੱਖਿਆ ਹੁੰਦੀ। ਉਸ ਤੋਂ ਅੱਗੇ ਆਪਣੇ ਕੋਲ ਆ ਗਿਆ ਵਿਭਿੰਨ ਵਿਸ਼ਿਆਂ ਅਤੇ ਕਲਾਵਾਂ ਦੇ ਗਿਆਨ ਲਈ ਲੋੜ। ਹੁਣ ਇਸ ਦੇ ਵਿੱਚ ਆਪਾਂ ਕੀ ਕਵਾਂਗੇ? ਆਪਣੇ ਕੋਲ ਗਿਆਨ, ਵਿਗਿਆਨ ਅਤੇ ਕਲਾਵਾਂ ਦਾ ਅਧਿਐਨ ਭਾਸ਼ਾ ਗਿਆਨ ਉੱਤੇ ਆਧਾਰਿਤ ਹੈ। ਆਪਾਂ ਨੂੰ ਭਾਸ਼ਾ ਦਾ ਗਿਆਨ ਹੋਏਗਾ ਵੀ ਆਪਾਂ ਜਿਹੜੀ ਘਰੋਂ ਸਿੱਖਦੇ ਹਾਂ ਉਹ ਗੈਰ ਰਸਮੀ ਹੈ। ਜੋ ਰਸਮੀ ਸਿੱਖਿਆ ਦਾ ਗਿਆਨ ਹੋਵੇਗਾ ਤਾਂ ਹੀ ਆਪਾਂ ਇਹਨਾਂ ਦਾ ਅਧਿਐਨ ਕਰ ਸਕਦੇ ਹਾਂ, ਇਹਨਾਂ ਨੂੰ ਆਪਾਂ ਜਾਣ ਸਕਦੇ ਇਹਨਾਂ ਬਾਰੇ। ਇਹਨਾਂ ਖੇਤਰਾਂ ਵਿੱਚ ਹੋ ਰਹੇ ਵਿਕਾਸ ਦਾ ਵਿਵਰਣ ਭਾਸ਼ਾ ਵਿੱਚ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਹੁੰਦਾ ਹੈ। ਹੁਣ ਜਿਹੜੇ ਖੇਤਰ ਨੇ ਇਹਨਾਂ ਵਿੱਚ ਜਿਹੜਾ ਉਹ ਹੋ ਰਿਹਾ, ਉਹਨਾਂ ਦਾ ਵਿਕਾਸ ਹੋ ਰਿਹਾ ਹੈ, ਉਹ ਕਿਸ ਦੇ ਨਾਲ ਹੈ? ਭਾਸ਼ਾ ਦੇ ਨਾਲ ਹੀ ਹੈ। ਜਿਸ ਨੂੰ ਭਾਸ਼ਾ ਦੀ ਸੰਪੂਰਨ ਗਿਆਨ ਪ੍ਰਾਪਤ ਨਹੀਂ ਹੈ, ਉਹ ਜਿਹੜਾ ਹੁਣ ਜਿਹੜੇ ਵਿਅਕਤੀ ਨੂੰ, ਜਿਹੜੇ ਮਨੁੱਖ ਨੂੰ ਸੰਪੂਰਨ ਗਿਆਨ ਹੀ ਨਹੀਂ ਪ੍ਰਾਪਤ ਭਾਸ਼ਾ ਦਾ, ਉਹ ਉਹਨਾਂ ਦੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਜਦ ਰਸਮੀ ਸਿੱਖਿਆ ਵਿਅਕਤੀ ਨੂੰ ਜੋ ਹੈ ਸਿੱਖਣੀ ਪੈਂਦੀ ਹੈ। ਅੱਗੇ ਆਪਣੇ ਕੋਲ ਆ ਗਿਆ ਦੂਸਰੀ ਭਾਸ਼ਾਵਾਂ ਦੇ ਗਿਆਨ ਲਈ ਲੋੜ। ਹੁਣ ਆਪਣਾ ਜਿਹੜਾ ਟਾਈਮ ਹੈ, ਹੁਣ ਦਾ ਜਿਹੜਾ ਸਮਾਂ ਹੈ, ਵਰਤਮਾਨ ਸਥਿਤੀਆਂ ਵਿੱਚ ਵਿਅਕਤੀ ਲਈ ਕੇਵਲ ਆਪਣੀ ਮਾਤ ਭਾਸ਼ਾ ਸਿੱਖਣਾ ਹੀ ਕਾਫੀ ਨਹੀਂ ਹੈ, ਕਿਉਂਕਿ ਆਪਣੀ ਮਾਤ ਭਾਸ਼ਾ ਇਕੱਲੀ ਆਪਣੇ ਕੋਲ ਸਿੱਖਾਂਗੇ ਉਹੀ ਆਪਣੇ ਲਈ ਕਾਫੀ ਨਹੀਂ ਹੈ। ਆਪਾਂ ਇੱਕ ਦੂਸਰੇ ਨਾਲ ਆਪਣੇ ਵਿਚਾਰ ਵਟਾਂਦਰੇ ਕਰਦੇ ਹਾਂ, ਆਪਾਂ ਸਾਂਝ ਕਰਦੇ ਹਾਂ ਇੱਕ ਦੂਸਰੇ ਦੇ ਨਾਲ। ਆਪਾਂ ਨੂੰ ਦੂਸਰੀਆਂ ਭਾਸ਼ਾਵਾਂ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ। ਆਪਣੀ ਸਰੀਰਕ ਹੋ ਗਈ, ਮਾਨਸਿਕ ਹੋ ਗਈ ਅਤੇ ਸਮਾਜਿਕ ਲੋੜਾਂ ਜੋ ਆਪਾਂ ਪੂਰੀਆਂ ਕਰਦੇ ਹਾਂ, ਹੋਰ ਭਾਸ਼ਾਵਾਂ ਵੀ ਸਿੱਖਣੀਆਂ ਪੈਂਦੀਆਂ ਨੇ। ਇਹਨਾਂ ਭਾਸ਼ਾਵਾਂ ਨੂੰ ਸਿੱਖਣ ਲਈ ਕੇਵਲ ਅਨੁਕੂਲ ਵਾਤਾਵਰਨ ਹੀ ਨਹੀਂ, ਸਗੋਂ ਰਸਮੀ
ਸਿੱਖਿਆ ਵੀ ਅਤਿਅੰਤ ਜ਼ਰੂਰੀ ਹੈ। ਇੱਕ ਆਪਣੇ ਕੋਲ ਇਨਵਾਇਰਨਮੈਂਟ ਹੋਣਾ ਚਾਹੀਦਾ ਵਧੀਆ, ਇੱਕ ਆਪਣੇ ਕੋਲ ਰਸਮੀ ਸਿੱਖਿਆ ਆਪਾਂ ਸਕੂਲ ਤੋਂ ਹੀ ਪ੍ਰਾਪਤ ਕਰ ਸਕਦੇ ਹਾਂ ਤਾਂ ਜੋ ਆਪਾਂ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕਰ ਲਈਏ। ਉਸ ਤੋਂ ਅੱਗੇ ਆਪਣੇ ਜਿਹੜਾ ਮੇਨ ਆਪਣਾ ਜਿਹੜਾ ਅੱਜ ਦਾ ਟੌਪਿਕ ਰਹੇਗਾ ਉਹ ਗਈ ਭਾਸ਼ਾ ਸਿੱਖਿਆ ਦੇ ਸਧਾਰਨ ਸਿਧਾਂਤ। ਵੀ ਭਾਸ਼ਾ ਸਿੱਖਿਆ ਦੇ ਸਧਾਰਨ ਸਿਧਾਂਤ ਕੀ ਹਨ, ਇਸ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਆ ਗਿਆ ਵਿਅਕਤੀਗਤ ਸਿਧਾਂਤ, ਜਿਹੜਾ ਹੈਗਾ ਵਿਅਕਤੀਗਤ ਅੰਤਰ ਦਾ ਸਿਧਾਂਤ। ਵਿਅਕਤੀਗਤ ਅੰਤਰ ਦਾ ਸਿਧਾਂਤ ਵਿੱਚ ਕੀ ਗੱਲ ਕਹੀ ਉਹਨਾਂ ਨੇ, ਸਿੱਖਿਆ ਮਨੋਵਿਗਿਆਨੀਆਂ ਅਨੁਸਾਰ ਕਦੇ ਵੀ ਦੋ ਇਨਸਾਨ ਇੱਕੋ ਜਿਹੇ ਨਹੀਂ ਹੋ ਸਕਦੇ। ਹੁਣ ਜਿਹੜਾ ਸਿੱਖਿਆ ਮਨੋਵਿਗਿਆਨੀ ਨੇ ਉਹ ਕਹਿੰਦੇ ਨੇ ਵੀ ਜਿਹੜੇ ਦੋ ਇਨਸਾਨ ਨੇ ਉਹ ਇੱਕੋ ਜਿਹੇ ਨਹੀਂ ਹੋ ਸਕਦੇ। ਜਿਹੜੇ ਦੋ ਇਨਸਾਨ ਨੇ ਉਹ ਇੱਕੋ ਜਿਹੇ ਨਹੀਂ ਹੋ ਸਕਦੇ, ਉਹ ਤਾਂ ਆਪਾਂ ਨੂੰ ਵੀ ਪਤਾ ਹੈ। ਉਹਨਾਂ ਵਿੱਚ ਕਈ ਪ੍ਰਕਾਰ ਦਾ ਅੰਤਰ ਪਾਇਆ ਜਾਂਦਾ ਹੈ, ਜਿਵੇਂ ਉਹਨਾਂ ਦੀ ਰੁਚੀਆਂ ਹੋਣਗੀਆਂ ਉਹਨਾਂ ਦੇ ਵਿੱਚ ਅੰਤਰ ਪਾਇਆ ਜਾਏਗਾ, ਯੋਗਤਾਵਾਂ ਪ੍ਰਤੀ ਅੰਤਰ ਪਾਇਆ ਜਾਏਗਾ, ਫਿਰ ਉਹਨਾਂ ਦੀ ਭੌਤਿਕ ਅਤੇ ਮਾਨਸਿਕ ਅਤੇ ਸਰੀਰਕ ਜਿਹੜੀ ਬਣਾਵਟ ਹੈ ਉਹਦੇ ਵਿੱਚ ਅੰਤਰ ਪਾਇਆ ਜਾਵੇਗਾ। ਇਸ ਲਈ ਭਾਸ਼ਾ ਦੇ ਅਧਿਆਪਕ ਨੂੰ ਹਰੇਕ ਬੱਚੇ ਦੀ ਯੋਗਤਾ ਅਤੇ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਸ਼ਾ ਦੀ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਇਸ ਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਇਸ ਗੱਲ ਦਾ ਧਿਆਨ ਰੱਖਦਾ ਹੈ ਜੋ ਵਿਅਕਤੀਗਤ ਜਿਹੜੇ ਅੰਤਰ ਦੇ ਵਿੱਚ ਕਿ ਬੱਚਿਆਂ ਦੀਆਂ ਪਛਾਈ ਜਿਹੜੀ ਕਮਜ਼ੋਰੀਆਂ ਨੂੰ ਲੱਭਣਾ, ਜੋ ਬੱਚਿਆਂ ਦੇ ਵਿੱਚ ਕਮਜ਼ੋਰੀਆਂ ਨੇ ਉਹਨਾਂ ਨੂੰ ਲੱਭਿਆ ਜਾਂਦਾ ਹੈ। ਅੱਗੇ ਆਪਣੇ ਕੋਲ ਪੁਆਇੰਟ ਆ ਗਿਆ ਅਭਿਆਸ ਦਾ ਸਿਧਾਂਤ। ਅਭਿਆਸ ਦੇ ਸਿਧਾਂਤ ਦੇ ਵਿੱਚ ਕੀ ਹੈ, ਇਹਨੂੰ ਆਪਾਂ ਯਤਨ ਦਾ ਵੀ ਸਿਧਾਂਤ ਕਹਿ ਸਕਦੇ ਹਾਂ। ਅਭਿਆਸ ਦਾ ਸਿਧਾਂਤ ਮਾਤ ਭਾਸ਼ਾ ਦੀ ਸਿੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰਨਾ। ਹੁਣ ਜਿਹੜਾ ਅਭਿਆਸ ਦਾ ਸਿਧਾਂਤ ਹੈ, ਮਾਤ ਜਿਹੜੀ ਭਾਸ਼ਾ ਹੈ ਆਪਣੀ ਨੂੰ ਮਜ਼ਬੂਤੀ ਪ੍ਰਦਾਨ ਕਰਨਾ। ਮਨੋਵਿਗਿਆਨੀਆਂ ਦੇ ਅਨੁਸਾਰ ਜਿੰਨੀ ਤੇਜ਼ ਰਫ਼ਤਾਰ ਨਾਲ ਬੱਚਾ ਸਿੱਖਦਾ ਹੈ ਓਨੀ ਹੀ ਜਲਦੀ ਉਹ ਜਿਹੜਾ ਉਹਨੂੰ ਯਾਦ ਕੀਤੀ ਜਿਹੜੀ ਵਸਤੂ ਹੈ ਭੁੱਲ ਜਾਂਦਾ ਹੈ। ਇਸ ਲਈ ਬੱਚੇ ਨੂੰ ਲਗਾਤਾਰ ਅਭਿਆਸ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਉਹ ਉਸਦੇ ਗਿਆਨ ਨੂੰ ਜਿਹੜਾ ਪੱਕਾ ਕੀਤਾ ਜਾ ਸਕੇ। ਜਿਹੜੇ ਅਭਿਆਸ ਦੀ ਭਾਸ਼ਾ ਵਿੱਚ ਲਗਾਤਾਰ ਵਰਤੋਂ ਰਾਹੀਂ ਸਾਡੇ ਕੰਨ ਸੁਣਨ ਅਤੇ ਸੁਣ ਕੇ ਭਾਸ਼ਾ ਨੂੰ ਸਮਝਣ, ਫਿਰ ਜੀਭ ਬੇਰੋਕ ਜਿਹੜੀ ਹੈਗੀ ਬੋਲਦੀ ਹੈ ਅਤੇ ਵਿਚਾਰਾਂ ਨੂੰ ਸਪਸ਼ਟ ਕਰਦੀ ਹੈ, ਹੱਥ ਜਿਹੜੇ ਲਿਖਦੇ ਨੇ ਅਤੇ ਉਹ ਜਿਹੜੀ ਆਪਣੇ ਇੱਕ ਨਿਪੁੰਨਤਾ ਹਾਸਲ ਕਰ ਲੈਂਦੇ ਨੇ। ਠੀਕ ਹੈ, ਅੱਗੇ ਆਪਣੇ ਕੋਲ ਆ ਗਿਆ ਵਿਦਿਆਰਥੀ ਕੇਂਦਰਿਤ ਦਾ ਸਿਧਾਂਤ। ਵਿਦਿਆਰਥੀ ਕੇਂਦਰਿਤ ਦੇ ਸਿਧਾਂਤ ਵਿੱਚ ਕੀ ਆਉਂਦਾ ਆਪਣੇ ਕੋਲ, ਜੋ ਹੈਗਾ ਆ ਭਾਸ਼ਾ ਸਿੱਖਿਆ ਦੇ ਜਿਹੜੇ ਸਧਾਰਨ ਸਿਧਾਂਤ ਨੇ ਉਹਦੇ ਵਿੱਚ ਵਿਦਿਆਰਥੀ ਕੇਂਦਰਿਤ ਸਿਧਾਂਤ ਹੈ। ਜੋ ਆਪਾਂ ਸਿੱਖਿਆ ਦੇ ਰਹੇ ਹਾਂ ਬੱਚੇ ਨੂੰ ਉਹ ਵਿਦਿਆਰਥੀ ਕੇਂਦਰਿਤ ਹੋਣੀ ਚਾਹੀਦੀ ਹੈ, ਵੀ ਬੱਚੇ ਦੇ ਬਾਲ ਕੇਂਦਰਿਤ ਹੋਣੀ ਚਾਹੀਦੀ ਹੈ, ਬੱਚੇ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਬੱਚਾ ਜਿਹੜਾ ਹੈਗਾ ਦੂਸਰੀ ਜਮਾਤ ਦੇ ਵਿੱਚ ਹੈ ਉਸਨੂੰ ਆਪਾਂ ਜਿਹੜਾ 3rd ਕਲਾਸ ਦਾ ਜਾਂ 5th ਕਲਾਸ ਦਾ ਸਿਲੇਬਸ ਕਰਵਾਉਂਦੇ ਆ। ਸਿੱਖਿਆ ਦਾ ਜਿਹੜਾ ਕੇਂਦਰ ਹੈ ਬਾਲਕ 'ਤੇ ਨਿਰਭਰ ਕਰਨਾ ਚਾਹੀਦਾ ਹੈ। ਭਾਸ਼ਾਈ ਸਿੱਖਿਆ ਦੁਆਰਾ ਬਾਲਕ ਨੂੰ ਇਸ ਯੋਗ ਬਣਾਇਆ ਜਾਂਦਾ ਹੈ ਕਿ ਉਹ ਭਾਸ਼ਾਈ ਕੌਸ਼ਲ ਉੱਪਰ ਆਧਾਰਿਤ ਜੋ ਅਧਿਕਾਰ ਕਰ ਸਕੇ। ਅਧਿਆਪਕ ਨੂੰ ਪੜ੍ਹਾਉਂਦੇ ਸਮੇਂ ਆਪ ਹੀ ਆਨੰਦ ਚਿੱਤ ਨਹੀਂ ਹੋ ਜਾਣਾ ਚਾਹੀਦਾ, ਸਗੋਂ ਵਿਦਿਆਰਥੀਆਂ ਨੂੰ ਕਰਨਾ ਚਾਹੀਦਾ ਹੈ। ਭਾਵ ਸਿਖਾਉਂਦੇ ਸਮੇਂ ਬੱਚੇ ਦੇ ਸੁਭਾਅ, ਉਸਦੇ ਵਾਤਾਵਰਨ ਅਤੇ ਉਸਦੀ ਯੋਗਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਸ਼ਬਦ ਭੰਡਾਰ 'ਚ ਵਾਧਾ ਕਰਨ ਤੋਂ ਪਹਿਲਾਂ ਉਸਦੇ ਸਰੀਰ, ਘਰ, ਪਿੰਡ ਆਦਿ ਨਾਲ ਸੰਬੰਧਿਤ ਸ਼ਬਦ ਜਿਹੜੇ ਆਉਣੇ ਚਾਹੀਦੇ ਹਨ। ਬਾਲ ਕੇਂਦਰਿਤ ਹੋਣਾ ਚਾਹੀਦਾ, ਜੋ ਵੀ ਆਪਾਂ ਸਿੱਖਿਆ ਦੇ ਰਹੇ ਹਾਂ ਉਹਨਾਂ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਅੱਗੇ ਆਪਣੇ ਕੋਲ ਆ ਗਿਆ ਰੁਚੀ ਦਾ ਸਿਧਾਂਤ। ਹੁਣ ਰੁਚੀ ਦੇ ਸਿਧਾਂਤ ਵਿੱਚ ਆਪਾਂ ਇਹ ਦੇਖਦੇ ਹਾਂ, ਜੋ ਹੁਣ ਆਪਾਂ ਅਧਿਆਪਕ ਜੋ ਵੀ ਵਿਸ਼ਾ ਪੜ੍ਹਾ ਰਿਹਾ ਹੈ ਉਹ ਜਿਹੜਾ ਹੈ ਉਸ ਵਿੱਚ ਬੱਚੇ ਰੁਚੀ ਲੈਣ। ਜੇ ਆਪਣੇ ਕੋਲ ਕੋਈ ਇੱਦਾਂ ਦਾ ਵਿਸ਼ਾ ਹੈ ਜਿਸ ਵਿੱਚ ਬੱਚੇ ਰੁਚੀ ਨਹੀਂ ਲੈ ਰਹੇ, ਉਸ ਤੋਂ ਪਹਿਲਾਂ ਉਸ ਨੂੰ ਕੁਝ ਕਹਾਣੀਆਂ ਸੁਣਾਉਣੀਆਂ ਜਾਣੀਆਂ ਚਾਹੀਦੀਆਂ ਨੇ, ਉਸ ਨੂੰ ਉਸ ਦੇ ਨਾਲ ਜੋੜਨ ਦੇ ਲਈ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਿੱਖਿਆ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਉਸਦਾ ਰੌਚਕ ਹੋਣਾ ਬਹੁਤ ਹੀ ਜ਼ਰੂਰੀ ਹੈ, ਆਪਾਂ ਨੂੰ ਪਤਾ ਹੈ। ਇਸ ਨਾਲ ਕੀ ਹੁੰਦਾ ਹੈ, ਪਾਠ ਜਿਹੜਾ ਹੈਗਾ ਹੈ ਨੀਰਸ ਅਤੇ ਬੇਰੁਖਾ ਬਣਨ ਤੋਂ ਬਚ ਜਾਂਦਾ ਹੈ। ਠੀਕ ਹੈ, ਇਸ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ, ਹਰਬਟ ਦੇ ਅਨੁਸਾਰ, ਇੱਕ ਹਰਬਟ ਸੀ ਉਹਨਾਂ ਨੇ ਇੱਕ ਡੈਫੀਨੇਸ਼ਨ ਦਿੱਤੀ ਸੀ, ਉਹ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਉਸ ਅਨੁਸਾਰ ਕੀ ਕਹਿੰਦੇ ਆ, ਅਧਿਆਪਕ ਨੂੰ ਬੱਚੇ ਦੀ ਰੁਚੀ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਬੱਚੇ ਦੀ ਰੁਚੀ ਪੜ੍ਹਨ ਵੱਲ ਨਾ ਹੋਵੇ ਤਾਂ ਉਸ ਨੂੰ ਪੜ੍ਹਾਉਣ ਨਾਲ ਉਸ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੁੰਦੀ। ਜਦੋਂ ਬੱਚੇ ਦੀ ਰੁਚੀ ਹੀ ਨਹੀਂ ਪੜ੍ਹਨ ਵਿੱਚ, ਫਿਰ ਕੀ ਰੁਕਾਵਟ ਪੈਦਾ ਹੁੰਦੀ। ਪਾਠ ਪੜ੍ਹਾਉਣ ਤੋਂ ਪਹਿਲਾਂ ਬੱਚਿਆਂ ਦੀ ਉਸ ਪਾਠ ਵਿੱਚ ਰੁਚੀ ਉਤਪੰਨ ਕਰਨੀ ਚਾਹੀਦੀ ਹੈ ਜਿਸ ਨਾਲ ਉਹ ਪਾਠ ਨੂੰ ਚੰਗੀ ਤਰ੍ਹਾਂ ਸਮਝ ਸਕੇ। ਉਹਨੂੰ ਰੌਚਕ ਗੱਲਾਂ ਸੁਣਾਉਣੀਆਂ ਚਾਹੀਦੀਆਂ ਨੇ, ਗੱਲਾਂ ਕਰਨੀਆਂ ਚਾਹੀਦੀਆਂ ਨੇ, ਉਸ ਨਾਲ ਕਲਪਨਾਵਾਂ ਜਿਹੜੀਆਂ ਹੈਗੀਆਂ ਨੇ ਉਹ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਅੱਗੇ ਆਪਣੇ ਕੋਲ ਪੁਆਇੰਟ ਹੈਗਾ ਆ, ਆਪਾਂ ਕਰਦੇ ਹਾਂ
ਬੋਲਚਾਲ ਦਾ ਸਿਧਾਂਤ। ਆਪਣੇ ਕੋਲ ਬੋਲਚਾਲ ਦਾ ਸਿਧਾਂਤ ਆ ਗਿਆ ਆਪਣਾ ਪੁਆਇੰਟ ਅੱਗੇ ਜੋ ਹੈਗਾ ਆ। ਬੋਲਚਾਲ ਦੇ ਸਿਧਾਂਤ ਦੇ ਵਿੱਚ ਕੀ ਹੈ, ਭਾਸ਼ਾ ਸਿੱਖਿਆ ਦਾ ਇੱਕ ਮੁੱਖ ਇਹ ਵਾਲਾ ਇੱਕ ਸਾਧਨ ਮੰਨਿਆ ਗਿਆ ਹੈ ਬੋਲਚਾਲ ਦਾ ਸਿਧਾਂਤ ਵੀ। ਇਸ ਨੂੰ ਆਪਾਂ ਕੀ ਕਵਾਂਗੇ, ਬੋਲਚਾਲ ਦੇ ਸਿਧਾਂਤ ਭਾਸ਼ਾ ਸਿੱਖਿਆ ਨੂੰ ਨਿਪੁੰਨਤਾ ਪ੍ਰਦਾਨ ਕਰਦਾ ਹੈ। ਹੁਣ ਭਾਸ਼ਾ ਦੀ ਜਿਹੜੀ ਸਿੱਖਿਆ ਹੈ ਉਹਨੂੰ ਨਿਪੁੰਨਤਾ ਪੂਰੀ ਤਰ੍ਹਾਂ ਤਾਂ ਦਿੰਦਾ ਹੈ ਬੋਲਚਾਲ ਦਾ ਜਿਹੜਾ ਸਿਧਾਂਤ ਹੈ। ਇਸ ਦਾ ਅਭਾਵ ਸਿੱਖਿਆ ਪ੍ਰਣਾਲੀ 'ਚ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਅਭਾਵ, ਇਸ ਦਾ ਜਿਹੜਾ ਅਭਾਵ ਹੈ ਸਿੱਖਿਆ ਪ੍ਰਣਾਲੀ 'ਚ ਦੋਸ਼ ਮੰਨਿਆ ਜਾਂਦਾ ਹੈ। ਭਾਸ਼ਾ ਸਿੱਖਿਆ ਸਭ ਤੋਂ ਪਹਿਲਾਂ ਕੌਸ਼ਲ ਭਾਸ਼ਾ ਸੁਣ ਕੇ ਬੋਲਣ ਦਾ ਹੈ। ਅਧਿਆਪਕ ਨੂੰ ਵੀ ਪੜ੍ਹਾਉਂਦੇ ਸਮੇਂ ਵਿਦਿਆਰਥੀ ਨੂੰ ਵੱਧ ਤੋਂ ਵੱਧ ਬੋਲਣ ਦੇ ਜੋ ਅਵਸਰ ਦੇਣੇ ਚਾਹੀਦੇ ਨੇ, ਮੌਕੇ ਦੇਣੇ ਚਾਹੀਦੇ ਨੇ। ਬੋਲਚਾਲ ਦਾ ਸਿਧਾਂਤ ਅਪਣਾਉਣਾ ਚਾਹੀਦਾ ਹੈ, ਬੱਚਾ ਬੋਲ ਸਕੇ ਖੁੱਲ੍ਹ ਕੇ। ਬੋਲਚਾਲ ਦੇ ਸਿਧਾਂਤ ਵਿੱਚ ਬੱਚੇ ਨੂੰ ਸਭ ਤੋਂ ਵੱਧ ਮੌਕੇ ਦੇਣੇ ਚਾਹੀਦੇ ਨੇ। ਅੱਗੇ ਆਪਣੇ ਕੋਲ ਪੁਆਇੰਟ ਹੈਗਾ ਕਿਰਿਆਸ਼ੀਲਤਾ ਦਾ ਸਿਧਾਂਤ। ਕਿਰਿਆਸ਼ੀਲਤਾ ਦੇ ਸਿਧਾਂਤ ਵਿੱਚ ਕੀ ਹੈ, ਇਸ ਸਿਧਾਂਤ ਦਾ ਅਰਥ ਹੈ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਈ ਕਿਰਿਆਵਾਂ ਤੇ ਹੁਨਰਾਂ ਵਿੱਚ ਕਿਰਿਆਸ਼ੀਲ ਰੱਖਣਾ ਹੁੰਦਾ ਹੈ। ਸਿੱਖਿਆ ਦੀ ਪ੍ਰਕਿਰਿਆ ਵਿੱਚ ਬੱਚੇ ਨੂੰ ਜਿੰਨੇ ਵਧੇਰੇ ਕਿਰਿਆਸ਼ੀਲ ਹੁੰਦੇ ਹਨ ਓਨਾ ਹੀ ਉਹ ਵਧੇਰੇ ਚੰਗੀ ਤਰ੍ਹਾਂ ਸਿੱਖਦੇ ਹਨ, ਜਦੋਂ ਉਹ ਆਪਣੇ ਆਪ ਕੰਮ ਕਰਕੇ ਸਿੱਖਦੇ ਹਨ। ਮਹਾਤਮਾ ਗਾਂਧੀ ਜੀ ਨੇ ਇੱਕ ਡੈਫੀਨੇਸ਼ਨ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਦਿਮਾਗ ਦੀ ਸਿੱਖਿਆ ਕੇਵਲ ਸਰੀਰ ਦੇ ਅੰਗਾਂ ਤੇ ਉਚਿਤ ਅਭਿਆਸ ਅਤੇ ਸਿਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਦਾ ਕਹਿਣ ਦਾ ਕੀ ਅਰਥ ਸੀ, ਕੀ ਭਾਵ ਸੀ, ਜੋ ਦਿਮਾਗ ਦੀ ਸਿੱਖਿਆ ਹੈ ਉਹ ਕੇਵਲ ਸਰੀਰ ਦੇ ਅੰਗਾਂ ਦੇ ਉਚਿਤ ਅਭਿਆਸ, ਜਦੋਂ ਸਰੀਰ ਦੇ ਅੰਗ ਉਚਿਤ ਅਭਿਆਸ ਕਰਨਗੇ, ਕਿਰਿਆਸ਼ੀਲ ਹੋਣਗੇ ਤਾਂ ਜਿਹੜੀ ਸਿਖਲਾਈ ਹੈ ਉਹ ਆਸਾਨੀ ਜਾਂ ਵਧੀਆ ਤਰੀਕੇ ਨਾਲ ਸਿੱਖੀ ਜਾ ਸਕਦੀ ਹੈ ਅਤੇ ਸਿਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਠੀਕ ਹੈ, ਅੱਗੇ ਆਪਣੇ ਕੋਲ ਪੁਆਇੰਟ ਆ ਗਿਆ ਅਨੁਪਾਤ ਤੇ ਕ੍ਰਮ ਦਾ ਸਿਧਾਂਤ। ਅਨੁਪਾਤ ਦੇ ਕ੍ਰਮ ਦੇ ਸਿਧਾਂਤ ਦੇ ਵਿੱਚ ਕੀ ਆਉਂਦਾ ਹੈ, ਜਿਹੜੀ ਭਾਸ਼ਾ ਹੈ, ਮਾਤ ਭਾਸ਼ਾ ਹੈ, ਉਹਦੇ ਵਿੱਚ ਅਨੁਪਾਤ ਤੇ ਕ੍ਰਮ ਹੋਣਾ ਚਾਹੀਦਾ ਹੈ। ਕਿੱਦਾਂ, ਭਾਸ਼ਾ ਸਿੱਖਿਆ ਦੀ ਸਿਖਲਾਈ ਦੇਣ ਦੀ ਜੋ ਨਿਸ਼ਚਿਤ ਕ੍ਰਮ ਹੁੰਦਾ ਹੈ, ਜਿਵੇਂ ਬੱਚਾ ਸਭ ਤੋਂ ਪਹਿਲਾਂ ਕੀ ਭਾਸ਼ਾ ਨੂੰ ਸੁਣਦਾ ਹੈ, ਫਿਰ ਉਸ ਨੂੰ ਸਮਝਦਾ ਹੈ। ਕ੍ਰਮ ਦੇ ਅਨੁਸਾਰ ਆਪਾਂ ਚੱਲ ਰਹੇ ਹਾਂ, ਪਹਿਲਾਂ ਉਹਨੂੰ ਸੁਣਦਾ ਹੈ, ਫਿਰ ਉਹਨੂੰ ਸਮਝਦਾ ਹੈ, ਫਿਰ ਉਹਨੂੰ ਬੋਲਦਾ ਹੈ। ਜੋ ਬੱਚਾ ਹੈ ਉਹ ਪਹਿਲਾਂ ਕੀ ਕਰਦਾ, ਸੁਣਦਾ ਹੈ, ਫਿਰ ਉਸ ਨੂੰ ਸਮਝਦਾ ਹੈ, ਫਿਰ ਬੋਲਦਾ ਹੈ, ਫਿਰ ਪੜ੍ਹਦਾ ਹੈ ਅਤੇ ਅੰਤ ਵਿੱਚ ਲਿਖਣਾ ਸਿੱਖਦਾ ਹੈ। ਇਸ ਤਰ੍ਹਾਂ ਜਿਹੜਾ ਕ੍ਰਮ ਹੈ ਉਹ ਚੱਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਜਿਹੜਾ ਭਾਸ਼ਾ ਸਿੱਖਿਆ 'ਚ ਅਨੁਪਾਤਿਕ ਵਿਕਾਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜਿਹੜਾ ਅਧਿਆਪਕ ਹੁੰਦਾ ਹੈ, ਭਾਸ਼ਾ ਅਧਿਆਪਕ ਪੜ੍ਹਾਉਂਦੇ ਸਮੇਂ ਭਾਸ਼ਾ ਦੇ ਭਿੰਨ-ਭਿੰਨ ਕੌਸ਼ਲਾਂ ਦਾ ਪੂਰਾ ਧਿਆਨ ਦਿੰਦਾ ਹੈ। ਅੱਗੇ ਆਪਣੇ ਕੋਲ ਪੁਆਇੰਟ ਆ ਗਿਆ ਅਨੁਕਰਨ ਦਾ ਸਿਧਾਂਤ। ਹੁਣ ਜਿਹੜਾ ਅਨੁਕਰਨ ਦਾ ਸਿਧਾਂਤ ਹੈ ਉਹ ਕਿਹੜਾ ਸਿਧਾਂਤ ਹੁੰਦਾ ਹੈ, ਨਕਲ ਕਰਨਾ। ਅਨੁਕਰਨ, ਜੋ ਬੱਚਾ ਹੈ ਉਹ ਨਕਲ ਕਰਕੇ ਜਲਦੀ ਸਿੱਖਦਾ ਹੈ, ਇਹ ਆਪਾਂ ਨੂੰ ਪਤਾ ਹੈ। ਅਨੁਕਰਨ ਸਿਧਾਂਤ ਵਿੱਚ ਆਪਾਂ ਕੀ ਕਵਾਂਗੇ, ਅਨੁਕਰਨ ਬੱਚੇ ਦੀ ਸਹਿਜ ਸੁਭਾਅ ਜੋ ਸੁਭਾਵਿਕ ਹੈ ਪ੍ਰਕਿਰਤੀ ਹੈ। ਠੀਕ ਹੈ, ਉਹ ਸਹਿਜ ਤੇ ਸੁਭਾਵਿਕ ਤੌਰ ਤੇ ਸਿੱਖ ਲੈਂਦਾ ਹੈ ਨਕਲ ਕਰਕੇ। ਠੀਕ ਹੈ, ਜਿਸ ਨੂੰ ਅਨੁਕਰਨ ਨਾਲ ਗਿਆਨ ਅਤੇ ਆਨੰਦ ਪ੍ਰਾਪਤ ਹੁੰਦਾ ਹੈ। ਉਸ ਨੂੰ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ ਤੇ ਆਨੰਦ ਵੀ ਪ੍ਰਾਪਤ ਹੋ ਜਾਂਦਾ ਹੈ। ਭਾਸ਼ਾ ਸਿੱਖਿਆ ਲਈ ਵਿਦਿਆਰਥੀ ਇਸੇ ਪ੍ਰਵਿਰਤੀ ਦਾ ਸਹਿਯੋਗ ਲੈਂਦਾ ਹੈ। ਉਹ ਸ਼ਬਦ, ਵਾਕ, ਅਰਥ ਆਦਿ ਸਾਰੇ ਕੀ ਅਨੁਕਰਨ ਦੁਆਰਾ ਹੀ ਸਿੱਖਦਾ ਹੈ। ਅਨੁਕਰਨ ਦੇ ਵਿੱਚ ਜੋ ਅਧਿਆਪਕ ਹੈ ਉਹ ਕੀ ਕਰਦਾ ਹੈ, ਜਿਹੜਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਅਧਿਆਪਕ ਦਾ। ਜੇ ਬੱਚੇ ਨਕਲ ਕਰਕੇ ਸਿੱਖਣਗੇ ਵੀ, ਜਦੋਂ ਅਧਿਆਪਕ ਦਾ ਉਚਾਰਨ ਸ਼ੁੱਧ ਹੋਊਗਾ ਤਾਂ ਬੱਚੇ, ਜੇ ਨਕਲ ਕਰਕੇ ਸਿੱਖਣਗੇ ਤਾਂ ਸ਼ੁੱਧ ਬੋਲਣਗੇ। ਜੇ ਅਧਿਆਪਕ ਦਾ ਉਚਾਰਨ ਗਲਤ ਹੈ ਤਾਂ ਬੱਚੇ ਵੀ ਗਲਤ ਸਿੱਖਣਗੇ। ਇਸ ਲਈ ਜੋ ਅਧਿਆਪਕ ਦਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਹੈ। ਅਧਿਆਪਕ ਸਮੇਂ ਜੋ ਹੈਗਾ ਆ, ਸਮੇਂ-ਸਮੇਂ 'ਤੇ ਉਹਨੂੰ ਜਿਹੜੀ ਵਿਧੀਆਂ ਨਾ ਜਿਹੜੀਆਂ ਹੈਗੀਆਂ ਪੜ੍ਹਾਉਣ ਦੀਆਂ ਉਹ ਠੀਕ ਹੋਣੀਆਂ ਚਾਹੀਦੀਆਂ ਨੇ। ਉਸ ਦਾ ਜੋ ਪੜ੍ਹਾਉਣ ਦਾ ਤਰੀਕਾ ਹੈ ਉਹ ਵਧੀਆ ਹੋਣਾ ਚਾਹੀਦਾ ਹੈ ਤਾਂ ਜੋ ਬੱਚੇ ਅਨੁਕਰਨ ਕਰਕੇ ਸਿੱਖ ਸਕਣ। ਆਪਣੇ ਕੋਲ ਅੱਗੇ ਆ ਗਿਆ ਸੁਤੰਤਰ ਵਾਤਾਵਰਨ ਦਾ ਸਿਧਾਂਤ। ਇਸ ਸਿਧਾਂਤ ਦੇ ਵਿੱਚ ਕੀ ਹੈ, ਜੋ ਬੱਚੇ ਦਾ ਜਿਹੜਾ ਵਾਤਾਵਰਨ ਹੈ ਉਹ ਕੀ ਸੁਤੰਤਰ ਹੋਣਾ ਚਾਹੀਦਾ ਹੈ। ਬੱਚੇ ਦੀ ਆਪਣੇ ਮਾਤਾ ਪਿਤਾ ਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਸਾਂਝ ਮਾਤ ਭਾਸ਼ਾ ਰਹੀ ਪੈਂਦੀ ਹੈ। ਬੱਚਾ ਮਾਤ ਭਾਸ਼ਾ ਜਾਂ ਮਾਂ ਬੋਲੀ ਦੁਆਰਾ ਆਪਣੇ ਵਾਤਾਵਰਨ, ਆਪਣੇ ਆਂਢ ਗੁਆਂਢ ਨਾਲ ਗੱਲਬਾਤ ਕਰਦਾ ਹੈ ਅਤੇ ਮਾਤ ਜਿਹੜੇ ਭਾਸ਼ਾ ਦਾ ਕੌਸ਼ਲ ਅਜਿਹਾ ਇੱਕ ਕੌਸ਼ਲ ਹੈ, ਅਜਿਹਾ ਇੱਕ ਪੌਦਾ ਹੈ ਜੋ ਸੁਤੰਤਰ ਵਾਤਾਵਰਨ ਵਿੱਚ ਵੱਧਦਾ ਫੁੱਲਦਾ ਹੈ। ਮਾਤ ਭਾਸ਼ਾ ਦਾ ਇੱਕ ਪੌਦਾ ਕਹਿ ਲਓ ਜੋ ਸੁਤੰਤਰ ਜਿਹੜਾ ਵਾਤਾਵਰਨ ਦੇ ਵਿੱਚ ਰਹਿ ਕੇ ਵਧੇਦਾ ਫੁੱਲੇਦਾ। ਇਸ ਦੇ ਅਨੁਸਾਰ ਜਿਹੜਾ ਬੱਚਾ ਹੈ, ਬੱਚੇ ਦੇ ਜਿਹੜੇ ਭਾਸ਼ਾ ਪ੍ਰਗਟਾਵ ਨੇ, ਜਿਹੜੇ ਉਹਦੀ ਸ਼ੁੱਧਤਾ ਹੈ, ਜਿਹੜੀ ਉਹਦੀ ਸ਼ੁੱਧਤਾ ਬੋਲਣ ਦੀ ਹੈ, ਉਹਦੇ ਵਿੱਚ ਕੌਸ਼ਲ ਲਿਆਉਣ ਦੇ ਲਈ ਬੱਚੇ ਨੂੰ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ ਹੈ। ਕਿਹੜਾ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ ਹੈ, ਸੁਤੰਤਰ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ, ਜਿੱਥੇ ਕੋਈ ਰੋਕ ਟੋਕ ਨਹੀਂ ਹੁੰਦੀ। ਅੱਗੇ ਆਪਣੇ ਕੋਲ ਪੁਆਇੰਟ ਆ ਗਿਆ ਸੁਭਾਵਿਕਤਾ ਦਾ ਸਿਧਾਂਤ। ਹੁਣ ਸੁਭਾਵਿਕਤਾ ਦੇ ਸਿਧਾਂਤ ਦੇ ਵਿੱਚ ਕੀ ਕਿਹਾ ਗਿਆ ਹੈ
ਜੋ ਸੁਭਾਵਿਕਤਾ ਦਾ ਸਿਧਾਂਤ ਹੈ ਉਸ ਵਿੱਚ ਕਿਹਾ ਗਿਆ ਹੈ ਹਰੇਕ ਬੱਚਾ ਭਾਸ਼ਾ ਸੁਭਾਵਿਕ ਰੂਪ ਵਿੱਚ ਕੁਦਰਤੀ ਢੰਗ ਨਾਲ ਸਿੱਖਦਾ ਹੈ ਅਤੇ ਇਸੇ ਅਨੁਸਾਰ ਉਹ ਆਪਣੇ ਘਰ ਵਿੱਚ ਮਾਤ ਭਾਸ਼ਾ ਸਿੱਖਦਾ ਹੈ। ਜੋ ਸੁਭਾਵਿਕ ਹੈਗੀ ਹੈ ਭਾਸ਼ਾ ਆਪਣੀ ਮਾਤ ਭਾਸ਼ਾ ਸਿੱਖਦਾ ਹੈ। ਇਸ ਸੁਭਾਵਿਕਤਾ ਦੇ ਸਿਧਾਂਤ ਅਨੁਸਾਰ ਪਹਿਲਾਂ ਉਹ ਸੁਣਨਾ ਸਿੱਖਦਾ ਹੈ, ਫਿਰ ਸੁਣੀ ਹੋਈ ਜਿਹੜੀ ਗੱਲ ਹੁੰਦੀ ਉਹਨੂੰ ਸਮਝਦਾ ਹੈ, ਫਿਰ ਬੋਲਣ ਅਤੇ ਫਿਰ ਪੜ੍ਹਦਾ ਹੈ, ਠੀਕ ਹੈ, ਫਿਰ ਉਸ ਤੋਂ ਬਾਅਦ ਲਿਖਣਾ ਸਿੱਖਦਾ ਹੈ। ਇਹ ਸਾਰੇ ਜਿਹੜਾ ਹੈਗੀ ਹੈ ਸਿਖਲਾਈ ਇੱਕ ਕੀ ਹੈ ਕੁਦਰਤੀ ਢੰਗ ਹੈ। ਇਹਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਕੀ ਕਰਦਾ ਆ ਵੀ ਭਾਸ਼ਾ ਦੇ ਭਿੰਨ ਜਿਹੜੇ ਅੰਗ ਹੁੰਦੇ ਆ ਉਹਨਾਂ ਦਾ ਵਿਕਾਸ ਕਰਦਾ ਹੈ। ਅੱਗੇ ਆਪਣੇ ਕੋਲ ਪੁਆਇੰਟ ਆ ਗਿਆ ਜੀਵਨ ਸੰਬੰਧਿਤ ਕਾਰਨ ਦਾ ਸਿਧਾਂਤ। ਜੀਵਨ ਨਾਲ ਸੰਬੰਧਿਤ ਕਰਨ ਦਾ ਸਿਧਾਂਤ ਕੀ ਹੈ? ਜਿਹੜੀ ਆਪਣੇ ਕੋਲ ਭਾਸ਼ਾ ਹੈਗੀ ਹੈ, ਜਿਹੜਾ ਆਪਣੇ ਕੋਲ ਵਿਸ਼ਾ ਹੈ, ਜਿਹੜਾ ਵੀ ਵਿਸ਼ਾ ਮਾਤ ਭਾਸ਼ਾ ਦਾ ਅਧਿਆਪਕ ਪੜ੍ਹਾਉਂਦਾ ਹੈ, ਜੋ ਵੀ ਮਾਤ ਭਾਸ਼ਾ ਪੜ੍ਹਾ ਰਿਹਾ ਅਧਿਆਪਕ, ਉਸ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਉਹ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬੱਚੇ ਦੀ ਜਿਹੜੀ ਰੋਜ਼ਾਨਾ ਜ਼ਿੰਦਗੀ ਜਾਂ ਰੋਜ਼ਾਨਾ ਜੀਵਨ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਕੀ ਹੁੰਦੀ ਹੈ ਸੰਬੰਧਿਤ ਹੁੰਦੀ ਹੈ, ਉਹਦਾ ਸੰਬੰਧ ਹੁੰਦਾ ਹੈ ਜਾਂ ਉਹਨੇ ਉਹ ਵਾਲੇ ਸ਼ਬਦ ਸੁਣੇ ਹੁੰਦੇ ਨੇ। ਬੱਚਾ ਆਪਣੇ ਹਰ ਪੱਧਰ 'ਤੇ ਆਪਣੇ ਵੱਖਰੇ ਢੰਗ ਨਾਲ ਇੱਕ ਨਵੇਂ ਜਿਹੜੇ ਸ਼ਬਦ ਦੀ ਕਲਪਨਾ ਕਰਨ ਲੱਗਦੇ ਨੇ। ਉਹ ਉਹਨਾਂ ਵਿਸ਼ਿਆਂ ਅਤੇ ਕਿਰਿਆਵਾਂ ਵਿੱਚ ਵਧੇਰੇ ਜੋ ਰੁਚੀ ਲੈਂਦੇ ਨੇ ਬੱਚੇ, ਜੋ ਉਹਨਾਂ ਦੇ ਅਸਲੀ ਜੀਵਨ ਨਾਲ ਸੰਬੰਧਿਤ ਹੁੰਦੇ ਨੇ। ਜਿਹੜੇ ਸ਼ਬਦ ਅਧਿਆਪਕ ਜੋ ਸ਼ਬਦਾਂ ਦੀ ਵਰਤੋਂ ਕਰਦਾ ਹੈ ਉਹ ਕੀ ਹੁੰਦੇ ਨੇ ਉਸ ਦੇ ਜੀਵਨ ਦੇ ਨਾਲ ਸੰਬੰਧਿਤ ਹੁੰਦੇ ਹਨ। ਅੱਗੇ ਆਪਣੇ ਕੋਲ ਪੁਆਇੰਟ ਆਉਂਦਾ ਹੈ ਭਾਸ਼ਾ ਦੇ ਹਰ ਅੰਗ ਹਿੱਸੇ ਵੱਲ ਧਿਆਨ ਦੇਣ ਦਾ ਸਿਧਾਂਤ। ਹੁਣ ਭਾਸ਼ਾ ਦੇ ਜੋ ਅੰਗ ਨੇ, ਗ੍ਰਹਿਣ ਕਰਨਾ, ਸਵੈ ਪ੍ਰਗਟਾਵਾ। ਗ੍ਰਹਿਣ ਕਰਨੇ ਵਿੱਚ ਕੀ ਆਉਂਦੇ ਨੇ? ਸੁਣਨ ਨਾਲ ਸੰਬੰਧਿਤ, ਪੜ੍ਹਨ ਨਾਲ ਸੰਬੰਧਿਤ। ਸਵੈ ਪ੍ਰਗਟਾਵੇ ਵਿੱਚ ਆਪਣੇ ਕੋਲ ਆਉਂਦਾ ਹੈ ਬੋਲਚਾਲ ਨਾਲ ਸੰਬੰਧਿਤ, ਲਿਖਣ ਨਾਲ ਸੰਬੰਧਿਤ। ਇਹ ਜਿਹੜਾ ਆਪਣੇ ਕੋਲ ਭਾਸ਼ਾ ਦੇ ਹਰ ਅੰਗ ਹੈ ਇਸ ਵੱਲ ਧਿਆਨ ਦਿੱਤਾ ਜਾਂਦਾ ਹੈ। ਜਿਹੜਾ ਭਾਸ਼ਾ ਦਾ ਅਧਿਆਪਕ ਹੁੰਦਾ ਹੈ, ਜੋ ਭਾਸ਼ਾ ਕਰਵਾ ਰਿਹਾ ਹੁੰਦਾ ਹੈ, ਬੱਚੇ ਦੇ ਭਾਸ਼ਾ ਸਿਖਾਉਣ ਲਈ ਪਾਠ ਪੁਸਤਕ ਦੇ 1-2 ਸਫ਼ੇ ਪੜ੍ਹਨ, ਵਿਆਕਰਨ ਦੇ ਨਾਂ ਦੱਸਣ ਤੇ ਰਚਨਾ ਲਈ ਕੰਮ ਦੇਣ ਤੋਂ ਬਿਨਾਂ ਆਪਣਾ ਕੰਮ ਕੁਝ ਵੀ ਨਹੀਂ ਸਮਝਦਾ। ਜੋ ਅਧਿਆਪਕ ਹੁੰਦਾ ਹੈ, ਜੋ ਭਾਸ਼ਾ ਕਰਵਾਉਂਦਾ ਹੈ, ਉਹ ਆਪਣੇ ਕੰਮ ਨੂੰ ਕੀ ਸਮਝਦਾ? ਬੱਚੇ ਦੇ ਜਿਹੜੇ ਭਾਸ਼ਾ ਸਿਖਾਉਣ ਲਈ ਕੀ ਸਮਝਦਾ ਹੈ? ਪਾਠ ਪੁਸਤਕ ਦੇ ਕੁਝ ਸਫ਼ੇ ਪੜ੍ਹੇ, ਫਿਰ ਵਿਆਕਰਨ ਦੇ ਨਾਂ ਦੱਸੇ, ਜੋ ਵੀ ਉਹ ਦੇ ਵਿੱਚ ਵਿਆਕਰਨ ਆ ਰਹੀ ਹੈ, ਫਿਰ ਉਸ ਦੀ ਰਚਨਾ ਲਈ ਕੰਮ ਦੇਣ ਤੋਂ ਬਿਨਾਂ ਆਪਣਾ ਕੰਮ ਕੁਝ ਵੀ ਨਹੀਂ ਸਮਝਦਾ। ਜਿਸ ਕਾਰਨ ਭਾਸ਼ਾ ਦੇ ਸਾਰੇ ਕੰਮਾਂ ਦੀ ਜਿਹੜੀ ਸਿੱਖਿਆ ਹੈ ਅਧੂਰੀ ਰਹਿ ਜਾਂਦੀ ਹੈ, ਬੱਚੇ ਨੂੰ ਪੂਰਾ ਗਿਆਨ ਨਹੀਂ ਦਿੱਤਾ ਜਾਂਦਾ। ਵੱਖ-ਵੱਖ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਸਿੱਖਿਆ ਦੇ 2 ਮੁੱਖ ਅੰਗ ਮੰਨੇ ਹਨ, ਗ੍ਰਹਿਣ ਕਰਨਾ ਤੇ ਸਵੈ ਪ੍ਰਗਟਾਵਾ। ਗ੍ਰਹਿਣ ਕਰਨਾ ਵਿੱਚ ਵੀ ਅੱਗੇ 2 ਨੇ ਤੇ ਸਵੈ ਪ੍ਰਗਟਾਵੇ ਵਿੱਚ ਵੀ ਅੱਗੇ 2 ਨੇ, ਠੀਕ ਹੈ। ਅੱਗੇ ਭਾਸ਼ਾ ਅਧਿਆਪਕ ਨੂੰ ਭਾਸ਼ਾ ਸਿੱਖਿਆ ਦਾ ਗਿਆਨ ਦਿੰਦੇ ਸਮੇਂ ਇਹਨਾਂ ਸਾਰੇ ਅੰਗਾਂ ਦਾ ਧਿਆਨ ਰੱਖਣਾ ਪੈਂਦਾ ਹੈ, ਠੀਕ ਹੈ। ਅੱਗੇ ਆਪਣੇ ਕੋਲ ਪੁਆਇੰਟ ਆਉਂਦਾ ਆ ਸਹਾਇਕ ਸਾਧਨਾਂ ਦੀ ਵਰਤੋਂ ਦਾ ਸਿਧਾਂਤ। ਜੋ ਸਹਾਇਕ ਸਾਧਨ ਨੇ, ਜੋ ਭਾਸ਼ਾ ਆਪਾਂ ਸਿਖਾ ਰਹੇ ਹਾਂ ਉਸ ਲਈ ਆਪਾਂ ਕੁਝ ਸਹਾਇਕ ਸਾਧਨਾਂ ਦੀ ਵਰਤੋਂ ਕਰਦੇ ਹਾਂ। ਦੇਖਣ ਸੁਣਨ ਜਿਹੜੇ ਸਹਾਇਕ ਸਾਧਨ ਨੇ, ਠੀਕ ਹੈ। ਭਾਸ਼ਾ ਨੂੰ ਸਿਖਾਉਣ ਵਿੱਚ ਜਿਹੜਾ ਹੈਗਾ ਆ, ਸਿਖਾਉਣ ਵਿੱਚ ਪ੍ਰਵੀਨਤਾ ਲਿਆਉਣਾ, ਭਿੰਨ ਪ੍ਰਕਾਰ ਦੇ ਜੋ ਹੈਗੇ ਸਹਾਇਕ ਸਾਧਨ ਨੇ, ਜਿਵੇਂ ਤਸਵੀਰਾਂ, ਮਾਡਲ ਹੋ ਗਏ, ਚਾਰਟ ਹੋ ਗਿਆ, ਰੇਡੀਓ ਹੋ ਗਏ, ਗ੍ਰਾਮੋਫੋਨ ਹੋ ਗਿਆ, ਟੇਪ ਰਿਕਾਰਡਰ ਹੋ ਗਿਆ। ਇਹ ਸਾਰੇ ਕੀ ਨੇ? ਭਾਸ਼ਾ ਦੇ ਸਹਾਇਕ ਸਾਧਨ ਨੇ। ਮਾਤ ਭਾਸ਼ਾ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੇ ਨੇ ਇਹ ਵਾਲੇ ਸਾਧਨ, ਤੇ ਬੱਚੇ ਇਸ ਨਾਲੋਂ ਵਧੀਆ ਤਰੀਕੇ ਨਾਲ ਤੇ ਆਸਾਨੀ ਨਾਲ ਸਿੱਖਦੇ ਨੇ। ਅੱਗੇ ਆਪਣੇ ਕੋਲ ਆ ਗਿਆ ਪ੍ਰਗਟਾਓ ਵਿੱਚ ਪਰਪੱਕਤਾ ਦਾ ਸਿਧਾਂਤ। ਆਪਣੇ ਕੋਲ ਪੁਆਇੰਟ ਹੈਗਾ ਆ ਆਮ ਤੌਰ ਤੇ ਇਹ ਦੇਖਣ ਵਿੱਚ ਆਉਂਦਾ ਆ ਕਿ ਕੁਝ ਵਿਦਿਆਰਥੀ ਘਰ ਤੋਂ ਪ੍ਰਾਪਤ ਭਾਸ਼ਾ ਪ੍ਰਗਟਾਓ ਸੰਬੰਧੀ ਅਸ਼ੁੱਧੀਆਂ ਨਾਲ ਲੈ ਕੇ ਜਮਾਤ ਵਿੱਚ ਪ੍ਰਵੇਸ਼ ਕਰਦੇ ਨੇ। ਜਿਹੜੇ ਆਪਣੇ ਘਰ ਵਿੱਚ ਭਾਸ਼ਾ ਬੋਲੀ ਜਾਂਦੀ ਹੈ, ਗੈਰ ਰਸਮੀ ਭਾਸ਼ਾ ਹੁੰਦੀ, ਉਹਦੇ 'ਚ ਅਸ਼ੁੱਧੀਆਂ ਹੁੰਦੀਆਂ ਨੇ, ਤੇ ਰਸਮੀ ਭਾਸ਼ਾ ਜਿਹੜੀ ਸਕੂਲ ਵਿੱਚ ਹੈ ਉਸ ਵਿੱਚ ਜਿਹੜੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਜਾਂਦਾ ਹੈ। ਭਾਸ਼ਾ ਅਧਿਆਪਕ ਦਾ ਤਾਂ ਹੀ ਉਦੇਸ਼ ਰਹਿੰਦਾ ਹੈ ਕਿ ਉਹ ਇਹਨਾਂ ਅਸ਼ੁੱਧੀਆਂ ਨੂੰ ਦੂਰ ਕਰਕੇ ਪ੍ਰਗਟਾਓ ਸੰਬੰਧੀ ਸੁਧਾਰ ਕਰੇ। ਜਿਹੜੇ ਹੈਗੇ ਆ ਪ੍ਰਗਟਾਓ ਦੇ 2 ਜਿਹੜੇ ਹੈਗੇ ਆ ਭਾਗ ਮੰਨੇ ਜਾਂਦੇ ਆ, ਮੌਖਿਕ ਤੇ ਲਿਖਤ। ਪ੍ਰਗਟਾਵੇ ਦਾ ਮੌਖਿਕ ਬੋਲ ਕੇ ਤੇ ਲਿਖਤ ਜਿਹੜੇ ਲਿਖ ਕੇ ਪ੍ਰਗਟ ਕੀਤੇ ਜਾਂਦੇ ਆ। ਅੱਗੇ ਆਪਣੇ ਕੋਲ ਆ ਗਿਆ ਜਿਹੜਾ ਹੈਗਾ ਆ ਨਿਸ਼ਚਿਤ ਉਦੇਸ਼ ਤੇ ਪਾਠ ਸਮੱਗਰੀ। ਉਦੇਸ਼ ਜਿਹੜੇ ਆ ਨਿਸ਼ਚਿਤ ਹੋਣੇ ਚਾਹੀਦੇ ਨੇ ਵੀ ਸਭ ਤੋਂ ਪਹਿਲਾਂ ਆਪਣੇ ਜਿਹੜੇ ਉਦੇਸ਼ ਨੇ ਭਾਸ਼ਾ ਦੇ
ਵੀ ਸਿਖਾਉਣ ਦੇ ਬਹੁਤ ਸਾਰੇ ਨੇ, ਜਿਹੜਾ ਇਹਦਾ ਖੇਤਰ ਹੈ ਵਿਸ਼ਾਲ ਹੈ। ਪੰਜਾਬੀ ਭਾਸ਼ਾ ਜਿਹੜਾ ਅਧਿਆਪਨ ਹੈ ਉਹਦੇ ਕਈ ਉਦੇਸ਼ ਨੇ, ਜਿਵੇਂ ਬੱਚੇ ਦੇ ਗਿਆਨ 'ਚ ਵਾਧਾ ਕਰਨਾ, ਸਰਬਪੱਖੀ ਵਿਕਾਸ ਕਰਨਾ, ਸ਼ੁੱਧ ਉਚਾਰਨ ਸਿਖਾਉਣਾ। ਇਸ ਲਈ ਅਧਿਆਪਕ ਨੂੰ ਜਿਹੜਾ ਹੈਗਾ ਹੈ ਵਿਸ਼ੇ ਵਸਤੂ ਸੰਬੰਧੀ ਪਾਠ ਸਮੱਗਰੀ ਦੀ ਚੋਣ ਕਰਨੀ ਪੈਂਦੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਉਹਨੂੰ ਇਹ ਦੇਖਣਾ ਪੈਂਦਾ ਹੈ ਕਿ ਕਿਹੜਾ ਉਦੇਸ਼ ਕਿਵੇਂ ਕਰਨਾ ਹੈ, ਕਿਹੜਾ ਉਦੇਸ਼ ਪਹਿਲਾਂ ਕਰਨਾ ਹੈ, ਕਿਹੜਾ ਉਦੇਸ਼ ਬਾਅਦ ਵਿੱਚ ਕਰਨਾ ਹੈ, ਕਿਹੜਾ ਉਦੇਸ਼ ਤੇ ਕੀ ਪ੍ਰਸ਼ਨ ਪੁੱਛਣੇ ਨੇ। ਠੀਕ ਹੈ, ਇਹ ਸਭ ਕੁਝ ਇੱਕ ਨਿਸ਼ਚਿਤ ਉਦੇਸ਼ ਤੇ ਪਾਠ ਸਮੱਗਰੀ ਦਾ ਸਿਧਾਂਤ ਨੇ। ਅੱਗੇ ਆਪਣੇ ਕੋਲ ਆ ਜਾਂਦਾ ਹੈ ਪੁਆਇੰਟ ਲਿਖਣ ਤੋਂ ਪਹਿਲਾਂ ਮੌਖਿਕ ਕਾਰਜਾਂ ਦਾ ਸਿਧਾਂਤ। ਪਹਿਲਾਂ ਆਪਾਂ ਲਿਖਣ ਤੋਂ ਪਹਿਲਾਂ ਮੌਖਿਕ ਕਾਰਜਾਂ ਦਾ ਸਿਧਾਂਤ ਦੇ ਆਪਾਂ ਗੱਲ ਕਰਦੇ ਹਾਂ। ਬੱਚਾ ਜਦੋਂ ਲਿਖਣ ਤੋਂ ਪਹਿਲਾਂ ਮੌਖਿਕ ਬੋਲਣਾ ਸਿੱਖਦਾ ਹੈ। ਠੀਕ ਹੈ, ਬੱਚੇ ਦਾ ਭਾਸ਼ਾ ਸਿੱਖਣ ਦੇ ਵੱਖ-ਵੱਖ ਪੱਧਰ ਹਨ, ਜਿਨ੍ਹਾਂ ਵਿੱਚ ਗੁਜ਼ਰਦਾ ਹੋਇਆ ਉਹ ਭਾਸ਼ਾ ਸਿੱਖਦਾ ਹੈ। ਅਲੱਗ-ਅਲੱਗ ਪੱਧਰ ਨੇ, ਅਲੱਗ-ਅਲੱਗ ਉਹਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਜਾ ਕੇ ਭਾਸ਼ਾ ਸਿੱਖਦਾ ਹੈ। ਜਿਵੇਂ ਪਹਿਲਾ ਬੱਚਾ ਸੁਣਨਾ ਸਿੱਖਦਾ ਹੈ, ਫਿਰ ਸੁਣੀ ਹੋਈ ਗੱਲ ਨੂੰ ਸਮਝਦਾ ਹੈ, ਫਿਰ ਉਹ ਸੁਣੀ ਹੋਈ ਗੱਲ ਨੂੰ ਸਮਝਦਾ ਹੈ, ਫਿਰ ਬੱਚਾ ਬੋਲਣਾ ਸਿੱਖਦਾ ਹੈ, ਫਿਰ ਲਿਖਣਾ ਅਤੇ ਐਂਡ ਵਿੱਚ ਕੀ ਹੈ, ਅੰਤ ਵਿੱਚ ਉਹ ਪੜ੍ਹਨਾ ਸਿੱਖ ਜਾਂਦਾ ਹੈ। ਜੋ ਅਧਿਆਪਕ ਹੈ, ਮਾਤ ਭਾਸ਼ਾ ਅਧਿਆਪਕ ਨੂੰ ਸਭ ਤੋਂ ਪਹਿਲਾਂ ਮੌਖਿਕ ਕਾਰਜ ਕਰਵਾਉਣਾ ਚਾਹੀਦਾ ਹੈ। ਸਕੂਲ ਵਿੱਚ ਮੌਖਿਕ ਕਾਰਜ ਦਾ ਆਰੰਭ ਵਰਣਮਾਲਾ ਦੇ ਪੜ੍ਹਨ ਦੇ ਅਭਿਆਸ ਤੋਂ ਕਰਵਾਉਣਾ ਚਾਹੀਦਾ ਹੈ। ਜੋ ਮੌਖਿਕ ਹੈ, ਵਰਣਮਾਲਾ ਹੀ ਸਭ ਤੋਂ ਪਹਿਲਾਂ ਕਰਵਾਈ ਜਾਂਦੀ ਹੈ। ਗਿਆ ਅਭਿਪ੍ਰੇਰਨਾ ਦਾ ਸਿਧਾਂਤ। ਅਭਿਪ੍ਰੇਰਨਾ ਦੇ ਸਿਧਾਂਤ ਦੇ ਨਾਲੋਂ ਪਹਿਲਾਂ ਆਪਾਂ ਇਹ ਪੁਆਇੰਟ ਕਰਾਂਗੇ ਲਿਖਣ ਤੇ ਬੋਲਣ ਵਿੱਚ ਸੁਮੇਲਤਾ ਦਾ ਸਿਧਾਂਤ। ਹੁਣ ਲਿਖਣ ਤੇ ਬੋਲਣ ਵਿੱਚ ਕੀ ਸੁਮੇਲਤਾ ਹੈ, ਇਹ ਜਿਹੜੀ ਬਣੀ ਰਹਿਣੀ ਚਾਹੀਦੀ ਹੈ। ਮਾਤ ਭਾਸ਼ਾ ਦੇ ਅਧਿਆਪਕ ਨੂੰ ਲਿਖਣ ਅਤੇ ਬੋਲਣ ਦੀ ਜਿਹੜੀ ਕਿਰਿਆਵਾਂ ਨੇ ਉਹਨਾਂ ਨੂੰ ਕੀ ਵੱਖ-ਵੱਖ ਨਹੀਂ ਸਮਝਣਾ ਚਾਹੀਦਾ, ਅਲੱਗ-ਅਲੱਗ ਨਹੀਂ ਸਮਝਣਾ ਚਾਹੀਦਾ। ਉਹਨਾਂ ਨੂੰ ਕੀ ਹੈ, ਇੱਕੋ ਹੀ ਸਮਝਣਾ ਚਾਹੀਦਾ। ਇਸ ਤਰ੍ਹਾਂ ਉਹਨਾਂ ਵਿੱਚ ਸਮੇਲਤਾ ਨਹੀਂ ਹੋ ਸਕਦੀ। ਠੀਕ ਹੈ, ਜਦੋਂ ਉਹ ਅਲੱਗ-ਅਲੱਗ ਇਹਨਾਂ ਨੂੰ ਸਮਝੇਗਾ ਤਾਂ ਸਮੇਲਤਾ ਨਹੀਂ ਹੋਏਗੀ, ਇਹਨਾਂ ਦਾ ਆਪਸ ਵਿੱਚ ਮੇਲ ਜੋਲ ਨਹੀਂ ਹੋਵੇਗਾ। ਜੋ ਅਧਿਆਪਕ ਹੈ, ਬੱਚੇ ਨੂੰ ਲਿਖਣ ਸਮੇਂ ਜਿਹੜੇ ਨਾਲ-ਨਾਲ ਬੋਲਣਾ ਵੀ ਸਿਖਾਉਣਾ ਚਾਹੀਦਾ ਹੈ। ਅੱਗੇ ਆਪਣੇ ਕੋਲ ਪੁਆਇੰਟ ਆ ਗਿਆ ਅਭਿਪ੍ਰੇਰਨਾ ਦਾ ਸਿਧਾਂਤ। ਅਭਿਪ੍ਰੇਰਨਾ ਦੇ ਸਿਧਾਂਤ ਵਿੱਚ ਕੀ ਹੈ, ਬੱਚੇ ਨੂੰ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਉਤਸ਼ਾਹ ਦਿੰਦੀ ਹੈ। ਅਭਿਪ੍ਰੇਰਨਾ ਕੀ, ਉਤਸ਼ਾਹ ਦੇਣਾ ਬੱਚੇ ਨੂੰ ਵੀ ਉਤਸ਼ਾਹਿਤ ਕਰ ਦੇਣਾ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। ਇਹ ਵਿਅਕਤੀ ਦੀ ਅੰਦਰੂਨੀ ਸਥਿਤੀ ਹੁੰਦੀ ਹੈ, ਅੰਦਰਲੀ ਜਿਹੜੀ ਸਥਿਤੀ ਹੈ ਇਹ ਹੁੰਦੀ ਹੈ। ਸਿੱਖਿਆ ਦੀ ਪ੍ਰਕਿਰਿਆ ਦਾ ਸਭ ਤੋਂ ਮੇਨ ਤੇ ਸਭ ਤੋਂ ਜਿਹੜਾ ਖਾਸ ਹੈ, ਮਹੱਤਵਪੂਰਨ ਤੱਤ ਹੈ, ਉਹ ਕਿਹੜਾ ਤੱਤ ਹੈ, ਅਭਿਪ੍ਰੇਰਨਾ ਦਾ। ਜਦੋਂ ਬੱਚੇ ਨੂੰ ਕੁਝ ਸਿਖਾਉਣਾ ਹੋਵੇ ਤਾਂ ਅਧਿਆਪਕ ਵੱਲੋਂ ਉਸ ਨੂੰ ਅਭਿਪ੍ਰੇਰਿਤ ਕਰਨਾ ਬਹੁਤ ਹੀ ਜ਼ਰੂਰੀ ਹੈ। ਜਦੋਂ ਆਪਾਂ ਬੱਚੇ ਨੂੰ ਕੁਝ ਸਿਖਾ ਰਹੇ ਹਾਂ, ਸਭ ਤੋਂ ਪਹਿਲਾਂ ਅਭਿਪ੍ਰੇਰਿਤ ਕੀਤਾ ਜਾਂਦਾ ਹੈ। ਬੱਚੇ ਨੂੰ ਭਾਸ਼ਾ ਦੇ ਵੱਖ-ਵੱਖ ਤੱਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਿੱਖਣ ਤੋਂ ਪਹਿਲਾਂ ਜੋ ਆਪਾਂ ਬੱਚਾ ਸਿੱਖਦਾ ਹੈ, ਸਿੱਖਣ ਤੋਂ ਪਹਿਲਾਂ ਸਿੱਖੀ ਜਾਣ ਵਾਲੀ ਵਸਤੂ ਪ੍ਰਤੀ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਵੱਖ-ਵੱਖ ਵਿਧੀਆਂ ਦੀ ਸਹਾਇਤਾ ਨਾਲ ਬੱਚਿਆਂ ਵਿੱਚ ਰੁਚੀ ਉਤਪੰਨ ਕੀਤੀ ਜਾਂਦੀ ਹੈ, ਪੈਦਾ ਕੀਤੀ ਜਾਂਦੀ ਹੈ। ਅੱਗੇ ਆਪਣੇ ਕੋਲ ਪੁਆਇੰਟ ਹੈਗਾ ਚੋਣ ਅਤੇ ਵੰਡ ਦਾ ਸਿਧਾਂਤ। ਜੋ ਭਾਸ਼ਾ ਸਿੱਖਿਆ ਦੇ ਅਨੇਕ ਉਦੇਸ਼ ਹੁੰਦੇ ਹਨ ਅਤੇ ਇਹਨਾਂ ਉਦੇਸ਼ਾਂ ਦੇ ਆਧਾਰ ਤੇ ਹੋਣ ਵਾਲਾ ਜੋ ਵਿਵਹਾਰਿਕ ਪਰਿਵਰਤਨ ਹੁੰਦਾ ਰਹਿੰਦਾ ਸਮੇਂ-ਸਮੇਂ ਦੇ ਨਾਲ। ਅਨੇਕ ਪ੍ਰਕਾਰ ਦੇ ਜੋ ਆਪਣੇ ਕੋਲ ਉਦੇਸ਼ ਹੁੰਦੇ ਆ, ਇਹਨਾਂ ਉਦੇਸ਼ਾਂ ਨੂੰ ਇਕੱਠੇ ਆਪਾਂ ਸਿੱਖਿਆ ਨਹੀਂ ਦੇ ਸਕਦੇ। ਇਹਨਾਂ ਦੀ ਸਭ ਤੋਂ ਪਹਿਲਾਂ ਆਪਾਂ ਨੇ ਉਦੇਸ਼ਾਂ ਦੀ ਵੰਡ ਕਰਨੀ ਪੈਂਦੀ ਹੈ ਵੀ ਕਿਹੜੇ ਉਦੇਸ਼ ਨੂੰ ਕਦੋਂ ਤੇ ਕਿਵੇਂ ਜੇ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਚੋਣ ਅਤੇ ਵੰਡ ਦਾ ਸਿਧਾਂਤ ਵੀ ਜੋ ਹੈਗਾ ਭਾਸ਼ਾ ਸਿੱਖਿਆ ਦੇ ਲਈ ਬਹੁਤ ਹੀ ਮਹੱਤਵਪੂਰਨ ਸਿਧਾਂਤ ਮੰਨਿਆ ਜਾਂਦਾ ਹੈ। ਅੱਜ ਦਾ ਆਪਣਾ ਜਿਹੜਾ ਟੌਪਿਕ ਸੀ ਇੰਨਾ ਹੀ ਰਹੇਗਾ। ਕੱਲ ਆਪਾਂ ਸਿੱਖਿਆ ਦੇ ਸੂਤਰ ਬਾਰੇ ਗੱਲਬਾਤ ਕਰਾਂਗੇ। ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਜਿਹੜੇ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ। ਜਿਹੜੇ ਸਟੂਡੈਂਟ ਹੈ ਜਿਹੜੇ ਸਾਡੇ ਚੈਨਲ ਨਾਲ ਨਹੀਂ ਜੁੜੇ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਆ, ਉਹਨਾਂ ਨੂੰ ਫੋਲੋ ਕਰਕੇ ਸਾਡੇ ਚੈਨਲ ਨਾਲ ਜੁੜੋ ਤੇ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ, ਥੈਂਕ ਯੂ।